ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਸਰਵਣ ਕੀਤਾ। ਗੁਰੂ ਦੇ ਦਰ ਬਹਿ ਕੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਅੱਜ ਦਾ ਇਹ ਪਾਵਨ ਵਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤ ਕਰਕੇ ਸਾਨੂੰ ਬਖਸ਼ਿਆ। ਸਤਿਗੁਰੂ ਸਮਝਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਆ ਵਸਿਆ, ਜਿਨ੍ਹਾਂ ਦੀ ਸਾਂਝ ਪਰਮੇਸ਼ਰ ਨਾਲ ਪੈ ਗਈ, ਉਹਨਾਂ ਦਾ ਮਨ ਤਨ ਨਿਹਾਲ ਹੋ ਗਿਆ। ਉਹਨਾਂ ਦੇ ਜੀਵਨ ਵਿੱਚ ਆਨੰਦ ਹੀ ਆਨੰਦ, ਸੁੱਖ ਹੀ ਸੁੱਖ ਹੈ। ਹੇ ਵਾਹਿਗੁਰੂ, ਮਨ ਤਨ ਹੋਏ ਨਿਹਾਲ, ਉਹਨਾਂ ਦਾ ਮਨ ਤੇ ਤਨ ਨਿਹਾਲ ਹੋ ਜਾਂਦਾ ਹੈ। ਤੁਮ ਸੰਗ ਭੇਟਿਆ, ਜਿਹੜੇ ਤੇਰੇ ਨਾਲ ਮਿਲ ਜਾਂਦੇ ਨੇ, ਜਿਨ੍ਹਾਂ ਦੀ ਵਾਹਿਗੁਰੂ ਨਾਲ ਭੇਟ ਹੋ ਜਾਂਦੀ ਹੈ। ਇਸ ਨੂੰ ਖਿਆਲ ਰੱਖਣਾ ਕਿ ਭੇਂਟ ਸ਼ਬਦ ਦਾ ਅਰਥ ਇੱਕ ਹੁੰਦਾ ਕਿ ਕੋਈ ਚੀਜ਼ ਭੇਂਟ ਕਰਨੀ, ਭੇਂਟ ਮੁਲਾਕਾਤ ਵੀ ਹੁੰਦੀ ਹੈ ਕਿ ਉਹਦੇ ਨਾਲ ਮੇਲ ਹੈ। ਗੁਰਬਾਣੀ ਵਿੱਚ ਤੁਹਾਨੂੰ ਇਹ ਦੋਨੋਂ ਸ਼ਬਦ ਸੇਮ ਹੀ ਹੈ, ਪਰ ਉਹਦੇ ਅਰਥ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਮਿਲਣਗੇ। ਇੱਥੇ ਭੇਟ ਦਾ ਅਰਥ ਹੈ ਮਿਲਾਪ, ਜਿਨ੍ਹਾਂ ਦਾ ਵਾਹਿਗੁਰੂ ਨਾਲ ਮੇਲ ਹੋ ਗਿਆ, ਉਹ ਨਿਹਾਲ ਹੋ ਗਿਆ। ਮਿਲਾਪ ਐਸੀ ਸ਼ੈ ਹੈ, ਮਿਲਾਪ ਐਸੀ ਚੀਜ਼ ਹੈ ਕਿ ਮਿਲਦਿਆਂ ਸਾਰ ਹੀ ਆਨੰਦ ਨਾਲ ਭਰ ਜਾਈਦਾ ਹੈ। ਉਸ ਵਕਤ ਹੋਰ ਕੁਝ ਖਿਆਲ, ਹੋਰ ਕੁਝ ਵਿਚਾਰ ਹੁੰਦਾ ਹੀ ਨਹੀਂ, ਕੁਝ ਵੀ ਨਹੀਂ। ਮਿਲਾਪ ਤੇ ਬੰਦਾ ਆਪ ਹੁੰਦਾ ਹੀ ਨਹੀਂ, ਬਚਦਾ ਹੀ ਨਹੀਂ। ਜਦੋਂ ਤੱਕ ਸਾਡਾ ਆਪ ਜਿਉਂਦਾ ਹੈ, ਸਾਡੀ ਮੈਂ ਜਿਉਂਦੀ ਹੈ, ਸਾਡਾ ਆਪਣਤ ਭਾਵ, ਉਦੋਂ ਤੱਕ ਸਾਡੀ ਉਹਦੇ ਨਾਲ ਸਾਂਝ ਨਹੀਂ ਪੈਂਦੀ। ਅੱਜ ਦਾ ਤੁਸੀਂ ਮੁੱਖ ਵਾਕ ਰਵਿਦਾਸ ਮਹਾਰਾਜ ਦੀ ਰਸਨਾ ਦਾ ਉਚਾਰਨ ਕੀਤਾ, ਸਰਵਣ ਕੀਤਾ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ। ਕਿ ਹੇ ਵਾਹਿਗੁਰੂ, ਜਦੋਂ ਤੱਕ ਸਾਡੇ ਅੰਦਰ ਹਮ ਮਤਲਬ ਹੰਕਾਰ, ਹਉਮੈ, ਜਦੋਂ ਤੱਕ ਸਾਡੇ ਅੰਦਰ ਹਉਮੈ ਹੁੰਦੀ ਹੈ, ਜਦੋਂ ਤੱਕ ਮੈਂ ਦਾ ਜਰਾ ਜਿਹਾ ਅੰਸ਼, ਕਿਣਕਾ ਮਾਤਰ, ਰੇਤ ਦੇ ਕਣ ਨਾਲੋਂ ਵੀ ਛੋਟਾ ਜੇ ਹੰਕਾਰ ਦਾ ਕਣ ਸਾਡੇ ਅੰਦਰ ਮੌਜੂਦ ਹੈ, ਤਾਂ ਤੇਰੇ ਕੋਲ ਬਹਿ ਕੇ ਵੀ ਸਾਡਾ ਤੇਰੇ ਕੋਲ ਬਹਿਣਾ ਨਹੀਂ ਹੁੰਦਾ। ਤੇਰੇ ਚਰਨਾਂ ਨਾਲ ਜੁੜ ਕੇ ਵੀ ਸਾਡਾ ਜੁੜਨਾ ਨਹੀਂ ਹੁੰਦਾ। ਇਸ ਲਈ ਸਾਡੇ ਜੀਵਨ ਵਿੱਚ ਉਹ ਆਨੰਦ ਦੀ ਘਟਨਾ ਕਦੇ ਵਾਪਰਦੀ ਨਹੀਂ, ਕਿਉਂਕਿ ਸਾਡਾ ਹੰਕਾਰ ਉਸ ਘਟਨਾ ਨੂੰ ਵਾਪਰਨੇ ਨਹੀਂ ਦਿੰਦਾ। ਇਸ ਲਈ ਹਜ਼ਾਰਾਂ ਲੱਖਾਂ ਲੋਕ ਰੋਜ਼ ਜਪ ਤਪ ਕਰਦੇ ਨੇ, ਰੋਜ਼ ਸਿਮਰਨ ਸਾਧਨਾ ਕਰਦੇ ਨੇ, ਪਰ ਖਾਲੀ ਰਹਿ ਜਾਂਦੇ ਨੇ। ਕਈ ਸਾਲਾਂ ਤੋਂ ਲਗਾਤਾਰ ਐਸਾ ਹੀ ਹੋ ਰਿਹਾ ਹੈ। ਹਾਸਲ ਕੁਛ ਵੀ ਨਹੀਂ ਹੋ ਰਿਹਾ, ਪ੍ਰਾਪਤੀ ਕੁਛ ਵੀ ਨਹੀਂ ਹੋ ਰਹੀ, ਕਿਉਂਕਿ ਹੰਕਾਰ ਰਾਹ ਵਿੱਚ ਰੋੜਾ ਬਣ ਜਾਂਦਾ ਹੈ। ਮੈਂ ਦਾ ਅੰਸ਼ ਉਹ ਵਾਹਿਗੁਰੂ ਨਾਲ ਮਿਲਣ ਹੀ ਨਹੀਂ ਦਿੰਦਾ, ਉਸ ਪਰਮੇਸ਼ਰ ਨਾਲ ਜਿਹਦੀ ਅਸੀਂ ਅੰਸ਼ ਹਾਂ ਉਹਦੇ ਨਾਲ ਨਹੀਂ ਜੁੜਨ ਦਿੰਦਾ।
मैं साडी अंश है, साडा अहंकार वो साडे तो उपजिया ना, असीं जिहदे तो उपजे आ ਉਹਦੇ ਨਾਲ ਮਿਲਣ नहीं दिंदा, उस वाहिगुरू नाल सांझ नहीं पैंदी। इसलिए अहंकार किसी भी चीज़ का किवें भी तुहानूं पकड़ सकता है, बस मिटना है, मिटाउणा है खुद नूं, खुद दा अंत कर लेना। दुनिया खुद दा अंत कर लेने का मतलब समझदी है सुसाइड, पर इत्थे खुद दा अंत करने का मतलब सुसाइड नहीं है, आत्म हत्या नहीं है। इत्थे खुद दा अंत करने का मतलब है कि तुसी बचो पर तुहाडा हंकार ना बचे, तुसी बचो पर तुहाडी मैं ना बचे, बस इन्नी गल है। ते यही कठिन है। सुसाइड करना कोई औखा नहीं है। बहुत लोग रोज़ सुसाइड करते हैं, रोज़ अखबारों में न्यूज़ विच खबर आती रहती है कि फलाने बंदे ने आत्म हत्या कर ली। वो अपने आप को मारना सौखा है, पर अपनी मैं नूं मारना बड़ा कठिन है, अपने हंकार नूं मारना बड़ा औखा है। शरीर नूं मारना आसान है, कोई ट्रेन थल्ले आ जाएगा खत्म, कोई किसी बिल्डिंग तो छाल मार देगा खत्म, कोई जहरीली चीज खा लेगा खत्म हो जाएगा, कोई किसी तरह नाल कोई फांसी लगा लेगा, फाहा ला लेगा खत्म हो जाएगा, बिजली दे नाल चंबड़ जाएगा खत्म हो जाएगा। पर इन्हां सारियां चीज़ां नाल मैं नहीं मरदी, मैं दा अंत नहीं हुंदा। मैं तो फिर भी जिउंदी रही कि मैं झुकिया नहीं, मैं मर गया। मैं झुकूंगा नहीं, मर जाऊंगा। ऐसा अक्सर तुसीं सुनते होवोगे लोगों कोलों कि मैं झुकूंगा नहीं, मैं मर जाऊंगा। लोग हंकार करके मर जाते ने, हौमे करके, ते अपनी हौमे नूं ही लोग अणख समझते रहंदे ने। इसलिए जरूरी नहीं है, इसलिए अपने अंदर गौर करना कि जिन्हों असी अपनी अणख समझ रहे हो किते साडा हंकार ते नहीं, क्योंकि अणख दे मायने होर हुंदे ने, हौमे दे मायने होर हुंदे ने। अणख एक अलग चीज़ है, तो बहुती वेरा लोकां विच वो हुंदी नहीं, हौमे हुंदी है, ते उस हौमे नूं ही अणख समझदे रहंदे ने। अणख वाला आदमी सुसाइडल नहीं हुंदा, आत्मघाती नहीं हुंदा, वो खुद नूं नहीं मारदा, वो मुसीबतां नाल लड़दा है। अणखी आदमी वो मुसीबतां दे सामने डट के खलोंदा है, ते जेड़े कमज़ोर हुंदे ने, जेड़े अणखी नहीं हुंदे, वो आत्म हत्या करदे ने, वो मरना प्रवान करदे ने। वो कहते मर जाओ, छड्डो पना, की फायदा है संसार के झमेलियां विच उलझण दा, कुछ नहीं पिया इत्थे, सब बेकार है। वो अपने आप को मार लेंदे ने। ते अणखी आदमी वो जुरत नाल, अणख नाल जिउंदा है। वो कहंदा देखिया जाएगा, जो मुसीबत आएगी कोई नहीं, देख लवांगे। इसलिए ये हौमे नहीं है। इसलिए ख्याल रखना कि हौमे किसी तरह किसी पक्ष तो भी पकड़ सकती है। साडे अंदर हौमे है, सानू इस गल का पता भी नहीं है। इसलिए सतगुरु समझाउंदे कि उहदे नाल मेल, उहदे नाल भेट उदों हुंदी है साडी
ਜਦੋਂ ਸਾਡੀ ਮੈਂ ਮਿਟਦੀ ਹੈ। ਸਾਡੇ ਜੀਵਨ ਅੰਦਰ ਨਿਹਾਲ ਤਾਂ ਉਦੋਂ ਆਉਂਦੀ ਹੈ, ਅਸੀਂ ਨਿਹਾਲ ਉਦੋਂ ਹੁੰਦੇ ਜਦੋਂ ਉਹਦੇ ਨਾਲ ਮੇਲ ਹੁੰਦਾ। ਵਾਹਿਗੁਰੂ ਨਾਲ ਮਿਲੇ ਬਿਨਾ ਨਿਹਾਲ ਨਹੀਂ ਹੋਣਾ ਅਸੀਂ। ਜਦ ਤੱਕ ਉਹਦੇ ਨਾਲ ਸਾਂਝ ਨਹੀਂ ਪੈਂਦੀ ਉਦੋਂ ਤੱਕ ਆਨੰਦ ਨਹੀਂ ਆਉਣਾ। ਇਹ ਆਪਣੇ ਗੱਲ ਪੱਲੇ ਬੰਨ ਲਵੋ ਆਪਾਂ ਸਭ, ਕਿ ਜਦ ਤੱਕ ਉਹਦੇ ਨਾਲ ਸਾਂਝ ਪੈਂਦੀ ਨਹੀਂ ਜੀਵਨ ਵਿੱਚ ਆਨੰਦ ਆ ਨਹੀਂ ਸਕਦਾ। ਚੀਜ਼ਾਂ ਦੇ ਨਾਲ ਆਨੰਦ ਨਹੀਂ ਆਇਆ, ਚੀਜ਼ਾਂ ਸਾਨੂੰ ਸਾਰੀਆਂ ਮਿਲ ਗਈਆਂ ਨੇ। ਖਾ ਪੀ ਕੇ ਹੰਢਾ ਕੇ ਸਾਰਾ ਕੁਝ ਕਰਕੇ ਵੇਖ ਲਿਆ ਪਰ ਆਨੰਦ ਨਹੀਂ ਆਇਆ ਹੈ। ਇਸ ਲਈ ਅਸੀਂ ਦੂਸਰਿਆਂ ਵੱਲ ਦੇਖੀ ਜਾਂਦੇ ਹਾਂ ਕਿ ਦੂਸਰਿਆਂ ਕੋਲ ਆਨੰਦ ਹੈ, ਸਾਡੇ ਕੋਲ ਨਹੀਂ ਹੈ। ਕਿਸੇ ਕੋਲ ਆਨੰਦ ਨਹੀਂ ਹੈ। ਸਭ ਕੋਲ ਚੀਜ਼ਾਂ ਹੀ ਨੇ, ਸਭ ਕੋਲ ਪੈਸਾ ਹੀ ਹੈ, ਸਭ ਕੋਲ ਆਹੀ ਸੰਸਾਰ ਦੀਆਂ ਵਸਤੂਆਂ ਹੀ ਨੇ ਬਸ। ਇਸ ਤੋਂ ਵੱਧ ਕੇ ਕਿਸੇ ਕੋਲ ਕੁਝ ਨਹੀਂ ਹੈ। ਜਿਹਦੇ ਕੋਲ ਆਨੰਦ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਸਾਨੂੰ ਆਨੰਦ ਦੇ ਮਾਇਨੇ ਇਹੀ ਲੱਗਦੇ ਨੇ, ਚੀਜ਼ਾਂ, ਪੈਸਾ, ਦੌਲਤ, ਸ਼ੋਹਰਤ, ਮਾਣ, ਵਡਿਆਈ। ਬਸ ਹੋ ਸਕਦਾ ਹੈ ਕਿ ਕੋਈ ਆਦਮੀ ਸਾਡੇ ਸਾਹਮਣੇ ਹੋਵੇ ਜਿਹਦੇ ਕੋਲ ਆਨੰਦ ਹੋਵੇ ਤੇ ਸਾਡਾ ਧਿਆਨ ਹੀ ਨਾ ਜਾਂਦਾ ਹੋਵੇ ਉਹਦੇ ਤੇ। ਕਿਉਂ? ਕਿਉਂਕਿ ਅਸੀਂ ਤੇ ਸਮਝਦੇ ਹਾਂ ਕਿ ਵੱਡੇ ਘਰ ਵਾਲਾ ਆਦਮੀ ਆਨੰਦਿਤ ਹੁੰਦਾ, ਤੇ ਹੋ ਸਕਦਾ ਉਹਦੇ ਕੋਲ ਵੱਡਾ ਘਰ ਨਾ ਹੀ ਹੋਵੇ। ਇਸ ਲਈ ਆਨੰਦ ਚੀਜ਼ਾਂ ਨਾਲ ਨਹੀਂ ਹੈ, ਆਨੰਦ ਵਾਹਿਗੁਰੂ ਦੇ ਨਾਲ ਮਿਲਣ ਨਾਲ ਹੈ। ਜਿਸ ਦਿਨ ਪਰਮੇਸ਼ਰ ਮਿਲਦਾ ਉਸ ਦਿਨ ਆਨੰਦ ਮਿਲਦਾ ਹੈ। ਚੀਜ਼ਾਂ ਮਿਲਣ ਦੇ ਨਾਲ ਆਨੰਦ ਨਹੀਂ ਮਿਲਦਾ। ਚੀਜ਼ਾਂ ਨਾਲ ਮਿਲਿਆ ਹੋਇਆ ਆਨੰਦ ਥੋੜੇ ਚਿਰ ਦਾ ਆਨੰਦ ਹੁੰਦਾ ਹੈ, ਥੋੜੇ ਚਿਰ। ਉਹ ਆਨੰਦ ਹਮੇਸ਼ਾ ਬਣਿਆ ਰਵੇ, ਗੱਲ ਤਾਂ ਫੇਰ ਹੈ। ਹਮੇਸ਼ਾ ਭਗਤ ਹਮੇਸ਼ਾ ਹੀ ਆਨੰਦ ਵਿੱਚ ਹੈ, ਸਦਾ ਹੀ। ਤੁਸੀਂ ਜਦੋਂ ਮਰਜ਼ੀ ਚਲੇ ਜਾਓ ਉਹਦੇ ਘਰ, ਦੁੱਖ ਤੇ ਜਾਓ ਉਹ ਤਾਂ ਵੀ ਆਨੰਦਿਤ ਹੈ, ਸੁੱਖ ਤੇ ਜਾਓ ਉਹ ਤਾਂ ਵੀ ਆਨੰਦਿਤ ਹੈ। ਦਿਨੇ ਜਾਓ ਉਹ ਤਾਂ ਵੀ ਆਨੰਦ ਵਿੱਚ ਹੈ, ਰਾਤ ਨੂੰ ਜਾਓ ਉਹ ਤਾਂ ਵੀ ਆਨੰਦ ਵਿੱਚ ਹੈ। ਤੁਸੀਂ ਬੇਟਾਈਮੇ ਚਲੇ ਜਾਓ, ਐਸੇ ਗਲਤ ਟਾਈਮ ਤੇ ਚਲੇ ਜਾਓ ਜਿਸ ਤੇ ਅਸੀਂ ਪਸੰਦ ਨਹੀਂ ਕਰਦੇ ਕਿ ਕੋਈ ਆਦਮੀ ਸਾਡੇ ਘਰ ਆਵੇ ਇਸ ਵਕਤ, ਤੁਸੀਂ ਉਸ ਟਾਈਮ ਵੀ ਚਲੇ ਜਾਓ ਉਹ ਤਾਂ ਵੀ ਤੁਹਾਨੂੰ ਖੇੜੇ ਮੱਥੇ ਮਿਲੇਗਾ ਆਨੰਦ ਨਾਲ। ਇਸ ਲਈ ਕਿਸੇ ਵੀ ਤਰ੍ਹਾਂ ਉਹਦਾ ਆਨੰਦ ਨਹੀਂ ਗੁੰਮਦਾ, ਉਹਦਾ ਆਨੰਦ ਨਹੀਂ ਗਵਾਚਦਾ, ਕਿਉਂਕਿ ਉਹਦਾ ਆਨੰਦ ਕਿਸੇ ਚੀਜ਼ ਨਾਲ ਜੁੜਿਆ ਹੋਇਆ ਨਹੀਂ ਹੈ। ਉਹਦਾ ਆਨੰਦ ਆਪਣੀ ਨੀਂਦ ਨਾਲ ਜੁੜਿਆ ਹੋਇਆ ਨਹੀਂ ਹੈ। ਉਹਦਾ ਆਨੰਦ ਪੈਸੇ ਨਾਲ, ਵਸਤੂਆਂ ਨਾਲ ਜੁੜਿਆ ਹੋਇਆ ਨਹੀਂ ਹੈ। ਉਹਦਾ ਆਨੰਦ ਵਾਹਿਗੁਰੂ ਨਾਲ ਮਿਲਿਆ ਹੋਇਆ, ਵਾਹਿਗੁਰੂ ਨਾਲ ਜੁੜਿਆ ਹੋਇਆ। ਇਸ ਲਈ ਸਤਿਗੁਰੂ ਕਹਿੰਦੇ ਜਦੋਂ ਵਾਹਿਗੁਰੂ ਨਾਲ ਮੇਲ ਹੁੰਦਾ ਤਦੋਂ ਜੀਵਨ ਵਿੱਚ ਨਿਹਾਲਤਾ ਆਉਂਦੀ ਹੈ। ਮਨ ਤਨ ਹੋਏ ਨਿਹਾਲ, ਤੁਮ ਸੰਗ ਭੇਟਿਆ। ਹੇ ਸੱਚੇ ਪਾਤਸ਼ਾਹ, ਤੇਰੇ ਨਾਲ ਭੇਟ ਹੋਈ, ਤੇਰੇ ਨਾਲ ਮੇਲ ਹੋਇਆ ਤਾਂ ਆਨੰਦ ਹੋਇਆ, ਤਾਂ ਜੀਵਨ ਨਿਹਾਲ ਹੋਇਆ। ਇਸ ਲਈ ਖਿਆਲ ਕਰਿਓ, ਵਿਚਾਰਿਓ ਹੁਣ ਤੱਕ ਦਾ ਆਪਣਾ ਆਪਣਾ ਜੀਵਨ, ਕਿ ਇਸ 30 ਸਾਲ 40 ਸਾਲ 50 ਸਾਲ ਦੇ ਜੀਵਨ ਵਿੱਚ ਸਾਡੇ ਜੀਵਨ ਵਿੱਚ ਕਦੇ ਨਿਹਾਲ ਹੋਏ ਹਾਂ ਅਸੀਂ? ਖਾ ਪੀ ਕੇ ਨਹੀਂ, ਖਾ ਪੀ ਕੇ ਨਹੀਂ, ਚੀਜ਼ਾਂ ਹੰਢਾ ਕੇ ਨਹੀਂ, ਕਿ ਸਾਡੇ ਜੀਵਨ ਵਿੱਚ ਆਨੰਦ ਆਇਆ? ਕਦੇ ਵਿਚਾਰਿਓ ਇਸ ਪਲ ਨੂੰ, ਕਦੇ ਕੋਈ ਐਸਾ ਪਲ ਆਇਆ ਕਿ ਕੁਛ ਵੀ ਨਹੀਂ ਹੈ ਫਿਰ ਵੀ ਬੜਾ ਆਨੰਦ ਹੈ? ਕੁਛ ਵੀ ਨਹੀਂ। ਸਤਿਗੁਰੂ ਕਹਿੰਦੇ ਐਸਾ ਪਲ ਸ਼ਾਇਦ ਹੀ ਸਾਡੇ ਜੀਵਨ ਵਿੱਚ ਆਇਆ ਹੋਵੇ। ਇਹ ਉਹਨਾਂ ਦੇ ਜੀਵਨ ਵਿੱਚ ਆਉਂਦਾ ਹੈ ਜਿਨ੍ਹਾਂ ਦੀ ਵਾਹਿਗੁਰੂ ਨਾਲ ਸਾਂਝ ਪੈ ਜਾਂਦੀ ਹੈ। ਤੇ ਇਹ ਪਲ ਫਿਰ ਜਾਂਦਾ ਨਹੀਂ, ਉਹ ਹਮੇਸ਼ਾ ਲਈ ਉਹਦੇ ਵਿੱਚ ਮਿਲ ਜਾਂਦੇ ਨੇ। ਸੁਖ ਪਾਇਆ ਜਨ ਪ੍ਰਸਾਦ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਸੇਵਕ ਦਾ ਸਦਕਾ ਸੁਖ ਪ੍ਰਾਪਤ ਹੋਇਆ। ਸੁਖ ਪਾਇਆ ਜਨ ਪ੍ਰਸਾਦ, ਸੁਖ ਪ੍ਰਾਪਤ ਕਰ ਲਿਆ ਮੈਂ। ਦੁੱਖ ਸਭ ਮਿਟਿਆ, ਸਾਰਾ ਦੁੱਖ ਮਿਟ ਗਿਆ। ਅਸੀਂ ਸਭ ਇਹੀ ਤਾਂ ਚਾਹੁੰਦੇ ਹਾਂ ਕਿ ਦੁੱਖ ਮਿਟੇ। ਸਾਡੀ ਚਾਹਨਾ ਤੇ ਇਹੀ ਹੈ ਕਿ ਦੁੱਖ ਮਿਟੇ। ਦੁੱਖ ਮਿਟਾਉਣਾ ਚਾਹੁੰਦੇ ਹਾਂ, ਸੁੱਖ ਚਾਹੁੰਦੇ ਹਾਂ, ਪਰ ਅਸੀਂ ਕਰ ਕੀ ਰਹੇ ਹਾਂ? ਅਸੀਂ ਕਰ ਉਲਟਾ ਰਹੇ ਹਾਂ। ਇੱਛਾ ਸਾਡੀ ਹੈ ਸੁੱਖ ਦੀ, ਪਰ ਸੋਚ ਸਾਡੀ ਲੱਗੀ ਹੈ ਦੁੱਖ ਤੇ।
ਫਿਕਰ ਲੱਗੀ ਹੈ ਦੁੱਖ ਤੇ ਕਿ ਦੁੱਖ ਨਾ ਆ ਜਾਵੇ। ਸੁੱਖ ਬਾਰੇ ਨਹੀਂ ਸੋਚਦੇ ਅਸੀਂ ਲੋਕ, ਅਸੀਂ ਦੁੱਖ ਬਾਰੇ ਸੋਚਦੇ ਰਹਿੰਦੇ ਹਾਂ ਦਿਨ ਰਾਤ। ਸੁੱਖ ਦੀ ਤੇ ਕਲਪਨਾ ਵੀ ਨਹੀਂ ਕਰਦੇ ਅਸੀਂ। ਦੁੱਖ ਦੇ ਨਾਲ ਸਾਡੀ ਜ਼ਿਆਦਾ ਸਾਂਝ ਹੈ, ਜ਼ਿਆਦਾ ਤਾਲਮੇਲ ਹੈ, ਕਿਉਂਕਿ ਦੁੱਖ ਤੇ ਜ਼ਿਆਦਾਤਰ ਰਹਿੰਦਾ ਹੀ ਹੈ ਸਾਡੇ ਕੋਲ। ਸੁੱਖ ਸਾਡੇ ਕੋਲ ਕਦੇ ਕਦਾਈ ਆਉਂਦਾ ਹੈ, ਇਸ ਲਈ ਸੁੱਖ ਬਾਰੇ ਅਸੀਂ ਬਹੁਤਾ ਸੋਚ ਨਹੀਂ ਪਾਉਂਦੇ। ਅਸੀਂ ਦੁੱਖ ਬਾਰੇ ਸੋਚਦੇ ਰਹਿੰਦੇ ਹਾਂ ਕਿ ਰੋਗ ਨਾ ਆ ਜਾਏ, ਬਿਮਾਰੀ ਨਾ ਆ ਜਾਏ, ਸੱਟ ਚੋਟ ਨਾ ਵੱਜ ਜਾਏ, ਕੋਈ ਮੌਤ ਨਾ ਹੋ ਜਾਏ, ਕੋਈ ਐਸੀ ਗੱਲ ਨਾ ਆ ਜਾਏ। ਬਸ ਸਾਡੇ ਦਿਮਾਗ ਵਿੱਚ ਨੈਗੇਟਿਵ ਚੀਜ਼ਾਂ ਚੱਲਦੀਆਂ ਰਹਿੰਦੀਆਂ, ਹਮੇਸ਼ਾ ਹੀ ਗਲਤ, ਬੁਰਾ। ਚੰਗਾ ਸਾਡੇ ਦਿਮਾਗ ਵਿੱਚ ਆਉਂਦਾ ਕਿੱਥੇ ਹੈ? ਕਿਸੇ ਬੰਦੇ ਬਾਰੇ ਸਾਨੂੰ ਦੱਸਿਆ ਜਾਵੇ ਕਿ ਫਲਾਣਾ ਬੰਦਾ ਬਹੁਤ ਚੰਗਾ ਹੈ, ਅਸੀਂ ਇਹਦੇ ਤੇ ਤਰਕ ਕਰਾਂਗੇ ਇਹ ਅੱਛਾ। ਅੱਜ ਦੇ ਸਮੇਂ ਵਿੱਚ ਚੰਗੇ ਬੰਦੇ ਕਿੱਥੇ ਹੁੰਦੇ? ਅਸੀਂ ਸਭ ਤੋਂ ਪਹਿਲਾਂ ਤਰਕ ਕਰਾਂਗੇ, ਅਸੀਂ ਯਕੀਨ ਨਹੀਂ ਕਰਾਂਗੇ। ਅਸੀਂ ਇਹ ਨਹੀਂ ਕਵਾਂਗੇ ਕਿ ਹਾਂ ਹੋ ਸਕਦਾ ਕਿ ਆਦਮੀ ਚੰਗਾ ਹੋਵੇ, ਅਸੀਂ ਕਵਾਂਗੇ ਨਹੀਂ। ਅੱਜ ਦੇ ਸਮੇਂ ਵਿੱਚ ਭਲੇ ਆਦਮੀ ਕਿੱਥੇ ਲੱਭਦੇ ਨੇ? ਕੋਈ ਸਾਨੂੰ ਕਹੇ ਕਿ ਫਲਾਣਾ ਆਦਮੀ ਬਹੁਤ ਬੁਰਾ ਹੈ, ਅਸੀਂ ਝਟਪਟ ਯਕੀਨ ਕਰ ਲੈਂਦੇ ਕਿ ਹਾਂ ਅੱਜ ਕੱਲ੍ਹ ਸਾਰੇ ਐਸੇ ਹੀ ਨੇ। ਅਸੀਂ ਲੋਕ ਇਸ ਢੰਗ ਨਾਲ ਜੀ ਰਹੇ ਹਾਂ। ਇਸ ਲਈ ਗਲਤ ਚੀਜ਼ ਸਾਨੂੰ ਛੇਤੀ ਅਟਰੈਕਟ ਕਰਦੀ ਹੈ, ਛੇਤੀ ਪਕੜਦੀ ਹੈ, ਜਾਂ ਅਸੀਂ ਗਲਤ ਚੀਜ਼ ਨੂੰ ਛੇਤੀ ਪਕੜਦੇ ਹਾਂ, ਗਲਤ ਵੱਲ ਨੂੰ ਭੱਜੇ ਜਾਂਦੇ ਹਾਂ। ਸਹੀ ਵੱਲ ਨੂੰ ਜਾਣ ਦੀ ਅਸੀਂ ਵਿਚਾਰ ਕਰਦੇ ਹਾਂ, ਸੋਚਦੇ ਹਾਂ। ਇਸੇ ਕਰਕੇ ਸਾਡੇ ਜੀਵਨ ਵਿੱਚ ਦੁੱਖ ਰਹਿੰਦੇ ਨੇ, ਕਿਉਂਕਿ ਦੁੱਖ ਬਾਰੇ ਜ਼ਿਆਦਾ ਸਾਡਾ ਸੋਚਣਾ ਹੈ, ਦੁੱਖ ਵੱਲ ਨੂੰ ਜ਼ਿਆਦਾ ਫੋਕਸ ਹੈ, ਸੁੱਖ ਵੱਲ ਨੂੰ ਹੈ ਨਹੀਂ। ਸਤਿਗੁਰੂ ਕਹਿੰਦੇ ਦੁੱਖ ਮਿਟ ਗਿਆ ਤੇ ਸੁੱਖ ਪ੍ਰਾਪਤ ਹੋਇਆ। ਸੁੱਖ ਪਾਇਆ ਜਨ ਪ੍ਰਸਾਦ, ਵਾਹਿਗੁਰੂ ਦੀ ਕਿਰਪਾ ਨਾਲ, ਵਾਹਿਗੁਰੂ ਦੇ ਸੇਵਕ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ, ਸਾਧੂ ਦੀ ਕਿਰਪਾ ਨਾਲ ਸੁੱਖ ਮਿਲ ਗਿਆ ਤੇ ਦੁੱਖ ਮਿਟ ਗਿਆ। ਜਿਸ ਦਿਨ ਮੈਂ ਮਿਟੀ, ਸਭ ਦੁੱਖ ਉਸੇ ਦਿਨ ਮਿਟ ਜਾਣੇ ਨੇ। ਬਸ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਵਸਾ ਲਓ ਕਿ ਮੈਂ ਮਿਟੀ ਤਾਂ ਦੁੱਖ ਮਿਟ ਗਿਆ, ਕਿਉਂਕਿ ਬਹੁਤੇ ਦੁੱਖ ਸਾਡੇ ਮੈਂ ਕਰਕੇ ਹੀ ਨੇ। ਮੈਂ, ਮੇਰੀ ਇੱਜ਼ਤ, ਕਿਸੇ ਨੇ ਮੇਰੀ ਇੱਜ਼ਤ ਦੇ ਖਿਲਾਫ ਬੋਲ ਦਿੱਤਾ, ਕਿਸੇ ਨੇ ਮੈਨੂੰ ਹਰਟ ਕਰ ਦਿੱਤਾ। ਕਿਹਨੂੰ ਹਰਟ ਕੀਤਾ? ਮੈਨੂੰ ਨਹੀਂ, ਮੇਰੀ ਈਗੋ ਨੂੰ। ਸਾਨੂੰ ਕੋਈ ਕੀ ਹਰਟ ਕਰ ਸਕਦਾ ਹੈ? ਸਾਡੀ ਈਗੋ ਹਰਟ ਹੁੰਦੀ ਹੈ, ਇਸ ਕਰਕੇ ਅਸੀਂ ਦੁਖੀ ਹੁੰਦੇ ਹਾਂ। ਸਾਡੇ ਅੰਦਰ ਜੋ ਅਸੀਂ ਹਾਂ ਉਹਨੂੰ ਕੋਈ ਨਹੀਂ ਕੁਝ ਕਹਿ ਸਕਦਾ। ਸਰੀਰ ਨੂੰ ਕੋਈ ਕੁਝ ਕਹਿ ਸਕਦਾ ਹੈ, ਸਰੀਰ ਨੂੰ ਕੋਈ ਮਾਰ ਸਕਦਾ ਹੈ, ਸਰੀਰ ਨੂੰ ਕੋਈ ਬੰਨ੍ਹ ਸਕਦਾ ਹੈ, ਸਰੀਰ ਨੂੰ ਕੋਈ ਬੰਨ੍ਹ ਕੇ, ਹੱਥ ਪੈਰ ਬੰਨ੍ਹ ਕੇ ਜੇਲ੍ਹ ਵਿੱਚ ਸੁੱਟ ਸਕਦਾ ਹੈ, ਪਰ ਤੁਹਾਨੂੰ ਕੌਣ ਬੰਨ੍ਹ ਕੇ ਸੁੱਟ ਸਕਦਾ ਕਿਤੇ? ਜੋ ਅਸੀਂ ਹਾਂ, ਜੋ ਮੈਂ ਹਾਂ, ਉਹਨੂੰ ਕੌਣ ਬੰਨ੍ਹ ਸਕਦਾ? ਉਹਨੂੰ ਕੋਈ ਨਹੀਂ ਬੰਨ੍ਹ ਸਕਦਾ। ਉਹ ਆਜ਼ਾਦ ਹੀ ਹੈ ਹਮੇਸ਼ਾ। ਇਸ ਲਈ ਤੇ ਭਗਤ ਜਨ, ਗੁਰਮੁਖ ਜਨ, ਉਹ ਜੇਲ੍ਹ ਵਿੱਚ ਵੀ ਹੋਵੇ ਤਾਂ ਉਹ ਆਜ਼ਾਦ ਵਾਂਗੂ ਮਹਿਸੂਸ ਕਰਦਾ। ਅਸੀਂ ਲੋਕ ਆਜ਼ਾਦ ਵੀ ਤੁਰੇ ਫਿਰਦੇ ਹਾਂ ਤੇ ਸਾਨੂੰ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਜੇਲ੍ਹ ਖਾਨੇ ਵਿੱਚ ਹੋਈਏ। ਉਹਦੇ ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਨੇ, ਉਹ ਫਿਰ ਵੀ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦਾ। ਸਾਡੇ ਹੱਥ ਪੈਰ ਖੁੱਲੇ ਨੇ, ਸਾਨੂੰ ਫਿਰ ਵੀ ਮੋਹ ਮਾਇਆ ਦੀਆਂ ਬੇੜੀਆਂ ਬੱਧੀਆਂ ਪਈਆਂ ਨੇ। ਇਸ ਲਈ ਅਸੀਂ ਲੋਕ ਇਸ ਤਰ੍ਹਾਂ ਮਾਇਆ ਵਿੱਚ ਉਲਝੇ ਹੋਏ ਹਾਂ, ਮਾਇਆ ਦੇ ਝਮੇਲਿਆਂ ਵਿੱਚ, ਮਾਇਆ ਦੇ ਬੰਧਨਾਂ ਵਿੱਚ। ਐਸਾ ਬੰਧਨ ਪਿਆ ਹੋਇਆ ਤੇ ਗੁਰੂ ਦੀ ਕਿਰਪਾ ਨਾਲ ਇਹ ਬੰਧਨ ਟੁੱਟਦਾ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਸੁੱਖ ਹਾਸਲ ਹੁੰਦਾ ਹੈ, ਸਾਡਾ ਦੁੱਖ ਮਿਟਦਾ ਹੈ। ਗੁਰੂ ਮਿਟਾਉਂਦਾ ਹੈ ਦੁੱਖ, ਸਾਨੂੰ ਸੋਝੀ ਬਖਸ਼ਦਾ ਹੈ ਸਾਡੀ ਮੈਂ ਮਿਟਾ ਕੇ। ਇਸ ਲਈ ਜਿਵੇਂ ਹੀ ਮੈਂ ਮਿਟਦੀ ਹੈ ਉਵੇਂ ਹੀ ਸਾਨੂੰ ਸੁੱਖ ਹਾਸਲ ਹੋ ਜਾਂਦਾ ਹੈ। ਜਿਵੇਂ ਹੀ ਸਾਨੂੰ ਇਹ ਖਿਆਲ ਭੁੱਲਦਾ ਹੈ ਕਿ ਮੇਰੀ ਈਗੋ, ਜਦੋਂ ਈਗੋ ਮਿਟ ਗਈ ਤਾਂ ਫਿਰ ਹਰਟ ਕੀ ਹੋਵੇਗਾ? ਪਿੱਛੇ ਹਰਟ ਹੋਣ ਵਾਲਾ ਕੁਝ ਬਚਿਆ ਹੀ ਨਹੀਂ।
ਪਿੱਛੇ ਹਰਟ ਹੋਣ ਵਾਲਾ ਕੌਣ ਬਚਿਆ? ਕੋਈ ਵੀ ਨਹੀਂ। ਇੱਕ ਆਦਮੀ ਆਇਆ, ਮਹਾਤਮਾ ਬੁੱਧ ਦੇ ਉੱਪਰ ਥੁੱਕ ਗਿਆ। ਉਹ ਜਿਵੇਂ ਬੈਠੇ ਸਨ ਬੈਠੇ ਰਹੇ, ਗਾਲਾਂ ਗੂਲਾਂ ਕੱਢੀਆਂ, ਬੜਾ ਮੰਦਾ ਚੰਗਾ ਬੋਲਿਆ ਤੇ ਭੱਜ ਗਿਆ। ਸਭ ਦੇਖਦੇ ਰਹਿ ਗਏ ਕਿ ਇਹ ਕੀ ਬਣਿਆ। ਬੁੱਧ ਦਾ ਜਿਹੜਾ ਸਭ ਤੋਂ ਨੇੜੇ ਉਹਨਾਂ ਦਾ ਭਿਕਸ਼ੂ ਸੀ ਆਨੰਦ, ਉਸਨੇ ਕਿਹਾ ਕਿ ਮੈਂ ਇਹਨੂੰ ਫੜਾਂ, ਇਹਨੂੰ ਸਜ਼ਾ ਦਈਏ। ਬੁੱਧ ਨੇ ਕਿਹਾ ਨਹੀਂ, ਉਹਨੂੰ ਜਾਣ ਦਿਓ। ਉਹ ਚਲਾ ਗਿਆ। ਦੂਸਰੇ ਦਿਨ ਉਹ ਆਦਮੀ ਵਾਪਸ ਆਇਆ ਤੇ ਆ ਕੇ ਉਹ ਮਾਫੀ ਮੰਗਦਾ ਹੈ। ਮਾਫੀ ਮੰਗਦਾ ਕਿ ਮੈਂ ਕੱਲ ਬਦਤਮੀਜ਼ੀ ਕੀਤੀ, ਮੈਂ ਕੱਲ ਗਲਤ ਬੋਲਿਆ, ਮੈਨੂੰ ਮਾਫ ਕਰ ਦਿਓ। ਬੁੱਧ ਨੇ ਕੋਈ ਜਵਾਬ ਨਹੀਂ ਦਿੱਤਾ ਉਸਨੂੰ। ਉਹ ਜਿਵੇਂ ਕੱਲ ਬੈਠੇ ਸੀ ਉਵੇਂ ਹੀ ਅੱਜ ਬੈਠੇ ਨੇ। ਕੱਲ ਉਹ ਥੁੱਕ ਗਿਆ ਸੀ, ਗਾਲਾਂ ਕੱਢ ਗਿਆ ਸੀ, ਅੱਜ ਉਹ ਬੰਦਾ ਮਾਫੀ ਮੰਗਣ ਆਇਆ, ਹੱਥ ਜੋੜ ਕੇ ਖੜਾ ਹੈ। ਬੁੱਧ ਨੇ ਕਿਹਾ ਕਿ ਕੱਲ ਤੂੰ ਕੋਈ ਹੋਰ ਆਦਮੀ ਸੀ, ਅੱਜ ਤੂੰ ਕੋਈ ਹੋਰ। ਕਿਉਂਕਿ ਜੇ ਤੂੰ ਕੱਲ ਵਾਲਾ ਹੀ ਹੁੰਦਾ ਤਾਂ ਤੂੰ ਅੱਜ ਵੀ ਥੁੱਕਦਾ। ਤੂੰ ਕੱਲ ਵਾਲਾ ਆਦਮੀ ਹੈ ਹੀ ਨਹੀਂ। ਜੇ ਕੱਲ ਵਾਲਾ ਆਦਮੀ ਹੁੰਦਾ ਤਾਂ ਤੂੰ ਉਹੀ ਕੰਮ ਕਰਦਾ ਜੋ ਤੂੰ ਕੱਲ ਕੀਤਾ। ਤੂੰ ਮੈਨੂੰ ਕੀ ਕਰ ਸਕਦਾ? ਕੁਝ ਵੀ ਨਹੀਂ। ਤੂੰ ਮੇਰੇ ਸਰੀਰ ਨੂੰ ਚੋਟ ਪਹੁੰਚਾ ਸਕਦਾ ਹੈ, ਤੂੰ ਮੇਰੇ ਸਰੀਰ ਦੇ ਨਾਲ ਗਲਤ ਹਰਕਤ ਕਰ ਸਕਦਾ ਹੈ, ਥੁੱਕ ਸਕਦਾ ਹੈ, ਮਾਰ ਸਕਦਾ ਹੈ, ਕੁੱਟ ਸਕਦਾ ਹੈ, ਪਰ ਤੂੰ ਮੈਨੂੰ ਨਹੀਂ ਕੁਝ ਵੀ ਕਰ ਸਕਦਾ। ਤੂੰ ਮੇਰਾ ਅਪਮਾਨ ਨਹੀਂ ਕਰ ਸਕਦਾ, ਤੂੰ ਸਰੀਰ ਦਾ ਅਪਮਾਨ ਕਰ ਸਕਦਾ ਹੈ ਬਸ। ਖਿਆਲ ਰੱਖਣਾ ਕਿ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ, ਅਸੀਂ ਅੱਗੋਂ ਰਿਐਕਟ ਕਰਦੇ ਹਾਂ। ਉਸ ਰਿਐਕਟ ਦੇ ਕਰਨ ਤੇ ਅੱਗੋਂ ਫਿਰ ਕੋਈ ਨਾ ਕੋਈ ਜਵਾਬ ਆਉਂਦਾ। ਬੁੱਧ ਨੇ ਕੋਈ ਰਿਐਕਟ ਹੀ ਨਹੀਂ ਕੀਤਾ ਇਸ ਗੱਲ ਤੇ ਕਿ ਉਹ ਥੁੱਕ ਗਿਆ, ਕੁਝ ਗਲਤ ਬੋਲ ਗਿਆ, ਕਿਉਂਕਿ ਹਮੇਸ਼ਾ ਹੀ ਐਕਸ਼ਨ ਦਾ ਰਿਐਕਸ਼ਨ ਹੁੰਦਾ, ਕਰਮ ਦੇ ਪ੍ਰਤੀ ਕਰਮ ਹੁੰਦਾ। ਕਿਸੇ ਨੇ ਕੁਝ ਕੀਤਾ, ਤੁਸੀਂ ਉਹਦੇ ਬਦਲੇ ਵਿੱਚ ਕੁਝ ਕੀਤਾ। ਕਿਸੇ ਨੇ ਤੁਹਾਨੂੰ ਕੁਝ ਕਿਹਾ, ਤੁਸੀਂ ਉਹਦੇ ਬਦਲੇ ਵਿੱਚ ਕੁਝ ਕਿਹਾ। ਐਸਾ ਹੀ ਹੁੰਦਾ ਨਾ। ਇਸੇ ਤੋਂ ਇੱਕ ਲੜੀ ਜੁੜਦੀ ਹੈ। ਕਿਸੇ ਦੇ ਕੁਝ ਕਹਿਣ ਤੇ, ਤੁਹਾਡੇ ਕੁਝ ਕਹਿਣ ਤੇ। ਉਹ ਕੁਝ ਕਹੇਗਾ, ਫਿਰ ਤੁਸੀਂ ਕੁਝ ਕਹੋਗੇ, ਫਿਰ ਉਹ ਅੱਗੋਂ ਕੁਝ ਕਹੇਗਾ, ਫਿਰ ਤੁਸੀਂ। ਇੱਕ ਲੜੀ ਚੱਲਦੀ। ਜਦੋਂ ਤੁਸੀਂ ਪਹਿਲੀ ਦਫਾ ਹੀ ਜਦੋਂ ਉਹਨੇ ਗੱਲ ਸ਼ੁਰੂ ਕੀਤੀ, ਤੁਸੀਂ ਕੋਈ ਰਿਐਕਟ ਹੀ ਨਹੀਂ ਕੀਤਾ, ਉੱਥੇ ਗੱਲ ਖਤਮ ਹੋ ਗਈ। ਕਿਉਂਕਿ ਲੜੀ ਜੁੜੀ ਨਹੀਂ। ਲੜੀ ਤਾਂ ਜੁੜਦੀ ਜੇ ਤੁਸੀਂ ਕੋਈ ਜਵਾਬ ਦਿੰਦੇ, ਜੇ ਤੁਸੀਂ ਅੱਗੋਂ ਕੁਝ ਬੋਲਦੇ। ਤੁਸੀਂ ਕੁਝ ਬੋਲੇ ਹੀ ਨਹੀਂ। ਉਹਨੇ ਤੁਹਾਨੂੰ ਗਲਤ ਬੋਲਿਆ, ਮੰਦਾ ਬੋਲਿਆ, ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ, ਗੱਲ ਉੱਥੇ ਹੀ ਖਤਮ ਹੋ ਗਈ। ਜਦੋਂ ਅਸੀਂ ਜਵਾਬ ਦਿੰਦੇ ਹਾਂ, ਉਹ ਇੱਕ ਗਾਲ ਕੱਢਦਾ ਹੈ, ਅਸੀਂ ਦੋ ਕੱਢਦੇ ਹਾਂ, ਫਿਰ ਲੜੀ ਚੱਲ ਪੈਂਦੀ ਹੈ। ਫਿਰ ਉਹਦਾ ਕ੍ਰੋਧ ਉਹ ਸਾਡੇ ਮਨ ਤੇ ਹਾਵੀ ਹੋ ਜਾਂਦਾ ਹੈ। ਅਸੀਂ ਕ੍ਰੋਧਿਤ ਹੁੰਦੇ ਹਾਂ, ਉਹ ਅੱਗੋਂ ਮੰਦਾ ਬੋਲਦਾ ਹੈ, ਅਸੀਂ ਬੋਲਦੇ ਹਾਂ, ਫਿਰ ਹੌਲੀ ਹੌਲੀ ਗੱਲ ਵੱਧ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਵਧੀ ਹੋਈ ਗੱਲ ਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ। ਇਸ ਲਈ ਸਾਡੇ ਘਰਾਂ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ, ਜੇ ਉਹਨਾਂ ਗੱਲਾਂ ਦੇ ਉੱਤੇ ਨਾ ਰਿਐਕਟ ਕੀਤਾ ਜਾਵੇ ਤਾਂ ਸਾਡੇ ਘਰਾਂ ਵਿੱਚ ਕਲੇਸ਼ ਨਾ ਹੋਵੇ। ਅਸੀਂ ਨਿੱਕੀ ਜਿਹੀ ਗੱਲ ਤੇ ਕੋਈ ਨਾ ਕੋਈ ਰਿਐਕਟ ਕਰ ਦਿੰਦੇ ਹਾਂ। ਕੁਝ ਵੈਸੇ ਨਾਰਮਲ ਗੱਲ ਕਹੀ ਹੈ ਘਰ ਵਾਲੀ ਨੇ ਜਾਂ ਪਤੀ ਨੇ ਜਾਂ ਬੱਚੇ ਨੇ ਜਾਂ ਕਿਸੇ ਹੋਰ ਨੇ, ਖਾਮ-ਖਾ ਜਦੋਂ ਅਸੀਂ ਉਸ ਗੱਲ ਨੂੰ ਰਿਐਕਟ ਕਰਨ ਲੱਗ ਜਾਂਦੇ ਹਾਂ ਤਾਂ ਫਿਰ ਉਹ ਗੱਲ ਵੱਧਦੀ ਫਿਰ ਕਿ ਹੋਰ ਪਾਸੇ ਤੁਰ ਜਾਂਦੀ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਜਿਨ੍ਹਾਂ ਨੇ ਇਹ ਜਾਣਿਆ, ਜਿਨ੍ਹਾਂ ਦੀ ਮੈਂ ਮਿਟ ਗਈ, ਜਿਨ੍ਹਾਂ ਦੀ ਈਗੋ ਮਿਟ ਗਈ, ਉਹਨਾਂ ਨੂੰ ਕਿਸੇ ਤਰ੍ਹਾਂ ਹਰਟ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਹਰਟ ਨਹੀਂ ਕਰ ਸਕਦਾ ਕੋਈ। ਇਸ ਕਰਕੇ ਸਤਿਗੁਰੂ ਕਹਿੰਦੇ
कि उन्होंने सुख पाया, उन्होंने सुख पाया तो दुख मिट गया। जिन्ना ना विसरै नाम से कनेहिया। गुरु अर्जन देव महाराज कहते जिन्हां नूं वाहिगुरू दा नाम नहीं विसरदा वो कैसे आदमी ने। इत्थे पुछया नहीं जा रहा कि वो कैसे ने, इत्थे दस्या जा रहा है, क्योंकि शब्द इक्को ही हुंदा है, उहदा अर्थ कई बारी वक्खो वखरा हो जाता है। जिवें असीं मैं तुहानूं पुछां कि तुहाडे कोल किन्ने पैसे ने, ये हो गया क्वेश्चन। एक मैं तुहाडे कोल पैसे देखे, मैं तुहानूं कहा तुहाडे कोल किन्ने पैसे ने, अर्थ का फर्क पै गया ना। शब्द इक्को ही है पर एक किन्ने का मतलब है गया उहदी क्वांटिटी, उहदी गिनती। एक किन्ने का मतलब हो गया कि बहुत सोहणे, बहुत ज्यादा। सतगुरु कहते जिन्हां नाल विसरै नाम से कनेहिया, वो कैसे प्यारे मनुख ने। जिवें गुरु नानक साहब ने कहा ना, सो दर तेरा केहा सो कर केहा। हे वाहिगुरू तेरा दर कैसा है, पुछया नहीं जा रहा, दस्या जा रहा है कि तेरा दर कैसा सुंदर, किन्ना प्यारा, जिथे तू सब दी संभाल करदा है। क्वेश्चन नहीं है, उहदी सिफत है, उन्होंने संबोधन करके कहा जा रहा है कि तेरा वो दर किन्ना प्यारा, किन्ना सुंदर है, जिथे तू सब दी संभाल करदा है। सतगुरु कहते जिन्हां ना विसरै नाम से कनेहिया, जिन्हां नूं वाहिगुरू दा नाम कदे विसरदा ही नहीं, भुलदा ही नहीं, वो कैसे भले पुरुष ने। वो कैसे। असीं ऐसा भी सवाल गुरबाणी विच तुहानूं पढ़न नूं मिलेगा कि जिन्हां नूं रब चेते नहीं आउंदा वो किहो जिहे बंदे ने, कि वो कैसे आदमी ने जिन्हां नूं ख्याल ही नहीं आउंदा परमेश्वर दा। कल आपां पढ़िया ना गुरु साहिब दा शब्द, सतगुरु कहंदे कि उन्हां दा की हाल है जिन्हां नूं रब विसरिया होया। विसरिया जिन्हां नाम तिनाड़ा हाल कौन। सतगुरु कहंदे उन्हां दा की हाल होवेगा जिन्हां नूं रब चेता ही नहीं, जिन्हां नूं परमेश्वर दा ख्याल ही नहीं आउंदा। ते इत्थे सतगुरु कहंदे वो बंदे कैसे भले ने जिन्हां नूं हर वेले वाहिगुरू चेते रहिंदा है, जिन्हां नूं कदे भुलदा नहीं, कदे भी। बस यही एक गल सानूं उन्हां नालों भिन्न कर दिंदी है, वखरे कर दिंदी। वो मौत दे कंढे ते भी बैठा है, फिर भी उन्होंने रब नहीं चेते भुलदा, फिर भी परमात्मा का ख्याल नहीं भुलदा, जरा जिहा भी नहीं भुलदा कि जरा जिहा इधर उधर ध्यान हो जाए, भुल जाए ना। मौत आने वाली है, सामने खड़ोती है, बस आ ही गई, वो फिर भी होश विच है, रब नूं विसारदा नहीं। सानू कोशिशां करके चेते करना पैंदा है, सानू यतन करने पैंदे, अपने घरां विच फोटोआं लाउणियां पैंदियां अपने भगवान दियां, गुरु पीरां दियां, कि रब चेता आउंदा रहे देख देख के। होर काहदे लई लाइयां असीं? एवें थोड़ी ना पूजा लई थोड़ी लाइयां, वो चेते करने लाइयां कि इन्हां नूं देख के चेता आउंदा रहे, कि भुल ना जाइए असीं। इसलिए तो थां थां फोटोआं ला लैंदे आ, घर विच, दुकान विच, गड्डी विच, कि चेते रवे, भुल ना जावे। पर फिर भी सानू चेते नहीं रहिंदा, फिर भी सानू ख्याल नहीं आउंदा। सतगुरु कहंदे उन्हां नूं कदे भुलदा ही नहीं, साधु नूं कदे भुलदा ही नहीं। जिन्हां ना विसरै नाम से कनेहिया, भेद ना जाणो मूल। सतगुरु कहंदे उन्हां दे अंदर जरा भी भेद ना जाणो, फर्क ना जाणो, साईं जिहा, वो साईं वर्गे, वो वाहिगुरू वर्गे हो गए, वो वाहिगुरू वर्गे हो गए। सतगुरु कहंदे जिन्हां सास गिरास ना विसरै, हरनामा मन मंत, धन से सेई नानका पूरन सोई संत। ओ धन है, ਉਹੀ संत है जिन्हों विसरदा नहीं। सतगुरु कहते वो परमात्मा दा जैसा हो गया, भेद ना जानो मूल साईं जिहा, वो रब जैसा, वो वाहिगुरू जैसा हो गया, परमात्मा जैसा बन गया। वो
ਅਸੀਂ ਉਹਦੇ ਜੈਸੇ ਉਸ ਨੂੰ ਸਿਮਰ ਕੇ ਹੁੰਦੇ ਹਾਂ। ਸਾਨੂੰ ਹਰ ਵੇਲੇ ਮਾਇਆ ਚੇਤੇ ਆਉਂਦੀ ਹੈ, ਇਸ ਕਰਕੇ ਅਸੀਂ ਮਾਇਆਧਾਰੀ ਕਹਾਉਂਦੇ ਹਾਂ। ਮਾਇਆਧਾਰੀ, ਮਾਇਆਧਾਰੀ ਜਿਹਨੂੰ ਹਰ ਵੇਲੇ ਮਾਇਆ ਦੇ ਖਿਆਲ ਆਉਂਦੇ ਰਹਿਣ, ਜਿਹਨੂੰ ਖਾਣ ਪੀਣ ਦੀਆਂ ਚੀਜ਼ਾਂ, ਜਿਹਨੂੰ ਪਹਿਨਣ ਦੀਆਂ ਚੀਜ਼ਾਂ, ਜਿਹਨੂੰ ਪੈਸੇ, ਜਿਹਨੂੰ ਦੌਲਤ, ਜਿਹਨੂੰ ਮਾਣ ਵਡਿਆਈ, ਰੁਤਬਾ, ਆ ਕਾਮ ਵਾਸਨਾ, ਇਹੀ ਜਿਹਨੂੰ ਖਿਆਲ ਆਉਂਦੇ ਰਹਿੰਦੇ ਨੇ, ਉਹਨੂੰ ਮਾਇਆਧਾਰੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਬੰਦਾ ਮਾਇਆਧਾਰੀ ਕਿਉਂਕਿ ਇਹਨੂੰ ਮਾਇਆ ਦੇ ਸੁਪਨੇ ਨੇ, ਤੇ ਸਾਧੂ ਉਹ ਮਾਇਆ ਤੋਂ ਮੁਕਤ ਹੈ, ਉਹਨੂੰ ਪ੍ਰਮਾਤਮਾ ਦੇ ਖਿਆਲ ਨੇ, ਵਾਹਿਗੁਰੂ ਦੇ, ਇਸ ਲਈ ਉਹ ਵਾਹਿਗੁਰੂ ਜੈਸਾ ਹੋ ਜਾਂਦਾ ਹੈ, ਉਹ ਪਰਮੇਸ਼ਰ ਜੈਸਾ ਹੋ ਜਾਂਦਾ। ਭੇਦ ਨਾ ਜਾਣੋ ਮੂਲ ਸਾਈਂ ਦੇਹਿਆ, ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ। ਇਹ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਤੇਰੇ ਨਾਲ ਮੇਲ ਹੋਇਆ, ਉਹਨਾਂ ਦਾ ਮਨ ਤਨ ਨਿਹਾਲ ਹੋ ਗਿਆ। ਸੁਖ ਪਾਇਆ ਜਨ ਪ੍ਰਸਾਦ, ਉਹਨਾਂ ਨੇ ਗੁਰੂ ਕਿਰਪਾ ਨਾਲ ਸੁਖ ਪ੍ਰਾਪਤ ਕਰ ਲਿਆ, ਦੁੱਖ ਸਭ ਮਿਟਿਆ, ਉਹਨਾਂ ਦਾ ਦੁੱਖ ਮਿਟ ਗਿਆ। ਰਹਾਉ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ। ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਨੇ ਇਹ ਜਿੰਨੇ ਖੰਡ ਬ੍ਰਹਮੰਡ ਨੇ, ਇਹ ਜਿੰਨੇ ਦੀਪ ਲੋ ਪਾਤਾਲ, ਸਭ ਉਸ ਵਾਹਿਗੁਰੂ ਨੇ ਉਧਾਰ ਦਿੱਤੇ। ਉਹਨੇ ਸਭ ਦਾ ਭਲਾ ਕਰ ਦਿੱਤਾ। ਸਭ ਦਾ ਭਲਾ ਕਰਨ ਵਾਲਾ ਉਹੀ, ਸਭ ਤੇ ਰਹਿਮਤ ਦਇਆ ਕਰਨ ਵਾਲਾ। ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ, ਜਿਨ ਮਨ ਵੁੱਠਾ ਆਪ ਪੂਰੇ ਭਗਤ ਸੇ। ਜਿਨ੍ਹਾਂ ਦੇ ਮਨ ਵਾਹਿਗੁਰੂ ਵਸਿਆ, ਜਿਨ੍ਹਾਂ ਦੇ ਮਨ ਪਰਮੇਸ਼ਰ ਵਸਿਆ, ਸਤਿਗੁਰੂ ਕਹਿੰਦੇ ਉਹੀ ਪੂਰੇ ਭਗਤ ਹੈ। ਉਹੀ ਪੂਰੇ ਭਗਤ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਆ ਵਸਿਆ ਹੈ। ਉਹਦੇ ਮਨ ਵਿੱਚ ਵਸਣ ਦਾ ਸਦਕਾ ਹੀ ਕੋਈ ਪੂਰਾ ਹੁੰਦਾ ਹੈ। ਮੌਤ ਦਾ ਆ ਜਾਣਾ, ਸਰੀਰ ਦਾ ਅੰਤ ਹੋ ਜਾਣਾ ਕਦੇ ਪੂਰਾ ਹੋਣਾ ਨਹੀਂ ਹੁੰਦਾ। ਸਰੀਰ ਦੇ ਪੂਰੇ ਹੋ ਜਾਣ ਦਾ ਨਾ ਕਦੇ ਪੂਰਾ ਹੋਣਾ ਨਹੀਂ ਹੈ ਕਿ ਸਰੀਰ ਪੂਰਾ ਹੋ ਗਿਆ, ਸਰੀਰ ਦਾ ਅੰਤ ਹੋ ਗਿਆ ਤੇ ਪੂਰਾ ਹੋ ਗਿਆ, ਨਹੀਂ। ਜਿਸ ਦਿਨ ਅਸੀਂ ਪੂਰੇ ਹੋ ਜਾਂਦੇ ਹਾਂ, ਉਸ ਦਿਨ ਗੱਲ ਬਣਦੀ ਹੈ, ਉਸ ਦਿਨ ਅਸਲ ਅੰਤ ਹੁੰਦਾ ਹੈ। ਜਿਸ ਦਿਨ ਸਾਡੀ ਮੈਂ ਦਾ ਅੰਤ ਹੋ ਜਾਂਦਾ ਹੈ, ਉਸ ਦਿਨ ਅਸੀਂ ਪੂਰੇ ਹੁੰਦੇ ਹਾਂ। ਸਤਿਗੁਰੂ ਸਮਝਾਉਂਦੇ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਵਸਿਆ, ਉਹੀ ਪੂਰੇ ਭਗਤ, ਪੂਰੇ ਭਗਤ ਸੇ। ਜਿਸਨੋਂ ਮੰਨੇ ਆਪ ਸੋਈ ਮਾਨੀਐ। ਸਤਿਗੁਰੂ ਕਹਿੰਦੇ ਜਿਹਨੂੰ ਵਾਹਿਗੁਰੂ ਆਪ ਮੰਨਦਾ, ਜਿਹਨੂੰ ਵਾਹਿਗੁਰੂ ਆਪ ਆਦਰ ਦਿੰਦਾ, ਸਾਰੀ ਦੁਨੀਆ ਉਸ ਨੂੰ ਮੰਨਦੀ ਹੈ। ਜਿਹਨੂੰ ਪਰਮੇਸ਼ਰ ਨੇ ਆਦਰ ਬਖਸ਼ਿਆ, ਜਿਹਨੂੰ ਵਾਹਿਗੁਰੂ ਨੇ सम्मान ਬਖਸ਼ਿਆ, ਸਾਰੀ ਦੁਨੀਆ ਉਹਨੂੰ ਆਦਰ ਦਿੰਦੀ। ਐਸਾ ਹੀ ਹੈ। ਵਾਹਿਗੁਰੂ ਨੇ ਭਗਤ ਨੂੰ ਨਿਵਾਜਿਆ ਤੇ ਉਸ ਭਗਤ ਨੂੰ ਸਾਰੀ ਦੁਨੀਆ ਨਿਵਾਜਦੀ, ਸਾਰੀ ਦੁਨੀਆ ਉਹਦੇ ਚਰਨਾਂ ਤੇ ਝੁਕ ਜਾਂਦੀ। ਇਸ ਲਈ ਜਿਹਨੂੰ ਵਾਹਿਗੁਰੂ ਦੇ ਚਰਨਾਂ ਤੇ ਝੁਕਣਾ ਆ ਗਿਆ, ਜਿਹਨੂੰ ਪਰਮੇਸ਼ਰ ਨਾਲ ਜੁੜਨਾ ਆ ਗਿਆ, ਸਤਿਗੁਰੂ ਕਹਿੰਦੇ ਸਾਰੀ ਦੁਨੀਆ ਉਹਦੇ ਚਰਨਾਂ ਨਾਲ ਜੁੜ ਜਾਂਦੀ ਹੈ। ਜਿਸ ਮਨ ਨੂੰ ਮੰਨੇ ਆਪ ਸੋਈ ਮਾਨੀਐ, ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀਐ। ਸਤਿਗੁਰੂ ਕਹਿੰਦੇ ਉਹ ਪ੍ਰਗਟ ਹੋ ਗਿਆ ਤੇ ਸਾਰੀਆਂ ਥਾਵਾਂ ਵਿੱਚ ਜਾਣਿਆ ਜਾਂਦਾ ਹੈ। ਸਭ ਥਾਈਂ, ਸਭ ਥਾਈਂ ਉਹ ਜਾਣਿਆ ਜਾਂਦਾ ਹੈ। ਆਪਾਂ ਪੜ੍ਹਦੇ ਨਾ ਬਾਣੀ ਅੰਦਰ ਸਤਿਗੁਰੂ ਦਾ ਵਚਨ, ਸਤਿਗੁਰੂ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮੰਨੈ। ਉਹ ਚੌਹਾਂ ਕੁੰਡਾਂ ਵਿੱਚ ਮੰਨਿਆ ਜਾਣ ਲੱਗ ਜਾਂਦਾ ਹੈ। ਜਿਹਨੂੰ ਕੋਈ ਨਹੀਂ ਸੀ ਜਾਣਦਾ, ਜਿਹਨੂੰ ਕੋਈ ਨਹੀਂ ਸੀ ਪੁੱਛਦਾ, ਜਦੋਂ ਉਹਦੀ ਰਹਿਮਤ ਹੋਈ, ਜਦੋਂ ਉਸ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਇਸ ਲਈ ਉਹਦੀ ਰਹਿਮਤ ਨਾਲ ਪ੍ਰਗਟ ਹੋ ਗਿਆ। ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀਐ, ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾਹ। ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਨੂੰ ਦਿਨ ਰਾਤ ਸੰਭਾਲ, ਦਿਨ ਰਾਤ ਹਰ ਸਾਹ ਨਾਲ ਉਸ ਪਰਮੇਸ਼ਰ ਨੂੰ ਚੇਤੇ ਰੱਖ। ਸਾਹ ਲੈਂਦਿਆਂ ਉਹ ਵਾਹਿਗੁਰੂ ਵਿਸਰੇ ਨਾ, ਉਹ ਕਦੇ ਵੀ ਭੁੱਲੇ ਨਾ। ਸਤਿਗੁਰੂ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ।
ਕਿ ਹਰ ਦਮ ਨਾਲ ਉਹ ਸਾਨੂੰ ਸੰਭਾਲਦਾ ਹੈ। ਇਸ ਲਈ ਇੱਕ ਦਮ ਵੀ ਉਸ ਵਾਹਿਗੁਰੂ ਤੋਂ ਬਿਰਥਾ ਨਹੀਂ ਜਾਣਾ ਚਾਹੀਦਾ, ਉਸ ਪਰਮੇਸ਼ਰ ਤੋਂ ਖਾਲੀ ਨਾ ਜਾਵੇ। ਹਰ ਸਾਹ ਨਾਲ ਉਹਨੂੰ ਸਿਮਰਦੇ ਰਹੀਏ। ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾਹ, ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ। हे ਸੱਚੇ ਪਾਤਸ਼ਾਹ ਕਿਰਪਾ ਕਰ, ਨਾਨਕ ਦਾਸ ਦੀ ਲੋਚਾ ਪੂਰ। ਜੋ ਮੇਰੀ ਲੋਚਾ, ਜੋ ਮੇਰੀ ਇੱਛਾ ਹੈ, ਮੇਰੀ ਇੱਛਾ ਇਹੀ ਕਿ ਮੈਂ ਹਰ ਸਾਹ ਨਾਲ ਤੈਨੂੰ ਸਿਮਰਦਾ ਰਹਾਂ। ਮੇਰੀ ਇੱਛਾ ਇਹੀ ਕਿ ਮੈਂ ਤੇਰੇ ਚਰਨਾਂ ਨਾਲ ਜੁੜ ਜਾਵਾਂ, ਮੈਂ ਤੇਰੇ ਵਿੱਚ ਲੀਨ ਹੋ ਜਾਵਾਂ। ਤੂੰ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੇਂ, ਆਪਣੇ ਚਰਨਾਂ ਵਿੱਚ ਇੱਕ-ਮਿਕ ਕਰ ਲਵੇਂ। ਬਸ ਇਹੀ ਇੱਛਾ, ਹੋਰ ਕੋਈ ਕਾਮਨਾ ਨਹੀਂ, ਹੋਰ ਕੋਈ ਦੁਨੀਆ ਦੀ ਵਸਤੂ ਪਦਾਰਥ ਹੋਰ ਕੁਝ ਨਹੀਂ ਚਾਹੀਦਾ, ਬਸ ਇਹੀ। ਖਿਆਲ ਰੱਖਣਾ ਕਿ ਜਦੋਂ ਤੱਕ ਸਾਡਾ ਵਿਜ਼ਨ ਕਲੀਅਰ ਨਹੀਂ ਹੁੰਦਾ, ਜਦੋਂ ਤੱਕ ਅਸੀਂ ਇਹ ਕਲੀਅਰ ਨਹੀਂ ਕਰ ਲੈਂਦੇ ਕਿ ਸਾਨੂੰ ਚਾਹੀਦਾ ਕੀ ਹੈ, ਉਦੋਂ ਤੱਕ ਸਾਨੂੰ ਕੁਝ ਹਾਸਲ ਨਹੀਂ ਹੁੰਦਾ, ਅਸੀਂ ਕੁਝ ਨਹੀਂ ਕਰ ਪਾਉਂਦੇ। ਜਿਹੜੇ ਬੰਦਿਆਂ ਨੂੰ ਇਹ ਕਲੀਅਰ ਹੋ ਜਾਂਦਾ ਕਿ ਮੈਂ ਆਹ ਕਰਨਾ ਹੈ ਜੀਵਨ ਵਿੱਚ, ਮੈਨੂੰ ਆਹ ਚਾਹੀਦਾ, ਉਹ ਬੰਦਾ ਦਿਨ ਰਾਤ ਉਸ ਨੂੰ ਹਾਸਲ ਕਰਨ ਵਾਲੇ ਪਾਸੇ ਲੱਗ ਜਾਂਦਾ। ਜਿਨ੍ਹਾਂ ਲੋਕਾਂ ਨੂੰ ਇਹੀ ਨਹੀਂ ਕਲੀਅਰ ਹੁੰਦਾ ਕਿ ਉਹਨਾਂ ਨੇ ਕਰਨਾ ਕੀ ਹੈ, ਉਹ ਜੀਵਨ ਵਿੱਚ ਕੁਝ ਨਹੀਂ ਕਰ ਪਾਉਂਦੇ, ਉਹ ਆਲਸੀ ਕਹਾਉਂਦੇ ਨੇ, ਕਿਉਂਕਿ ਕਲੀਅਰ ਹੀ ਨਹੀਂ ਹੈ, ਕੁਝ ਪਤਾ ਹੀ ਨਹੀਂ ਹੈ, ਵਿਜ਼ਨ ਹੀ ਨਹੀਂ ਕਲੀਅਰ ਹੈ ਉਹਨਾਂ ਦਾ। ਇਸ ਲਈ ਜਦ ਤੱਕ ਫੋਕਸ ਨਹੀਂ ਬਣਦਾ ਸਾਡਾ, ਉਸ ਵਾਹਿਗੁਰੂ ਦੇ ਉੱਤੇ ਫੋਕਸ ਬਣਾ ਲਵੋ। ਇਸ ਕਰਕੇ ਸਤਿਗੁਰੂ ਕਹਿੰਦੇ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ। ਬਸ ਇਹੀ ਇੱਕੋ ਇੱਕ ਲੋਚਾ ਕਿ ਉਹਦੇ ਨਾਲ ਸਾਂਝ ਪੈ ਜਾਵੇ, ਉਹਦੇ ਚਰਨਾਂ ਨਾਲ ਜੁੜ ਜਾਈਏ, ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਬਸ ਉਹੀ ਇੱਕ, ਬਾਕੀ ਸਭ ਬੇਅਰਥ। ਜਿਹਨੂੰ ਕੱਲ ਸਤਿਗੁਰੂ ਨੇ ਕਿਹਾ ਕਿ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ, ਉਸ ਇੱਕ ਦਾ ਖਿਆਲ ਕਰ, ਬਾਕੀ ਸਭ ਛੱਡ। ਜਦੋਂ ਉਹ ਇੱਕ ਸਾਡੇ ਮਨ ਵਿੱਚ ਵਸਦਾ ਹੈ ਤਾਂ ਫਿਰ ਸੁੱਖ ਹੀ ਸੁੱਖ ਹੁੰਦਾ ਹੈ, ਆਨੰਦ ਹੀ ਆਨੰਦ ਹੁੰਦਾ ਹੈ। ਸਤਿਗੁਰੂ ਰਹਿਮਤ ਕਰੇ ਇਹ ਸੁੱਖ ਇਹ ਆਨੰਦ ਗੁਰੂ ਕਿਰਪਾ ਕਰਕੇ ਸਭ ਨੂੰ ਬਖਸ਼ੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।